ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹੋਏ ਹਾਂ ਲਾਈਵ ਪੜਤਾਲ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ। ਅੱਜ ਵੀ ਖਾਸ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਕੱਪੜਛਾਣ ਕਰਾਂਗੇ, ਜਿਨ੍ਹਾਂ ਖਬਰਾਂ ਦੇ ਅੰਦਰਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦੀਪ ਸਿੱਧੂ ਨੂੰ ਬੀਤੇ ਦਿਨੀ ਦਿੱਲੀ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੇ ਵੱਲੋਂ ਲਾਲ ਕਿਲੇ ਦੇ ਉੱਤੇ ਲਿਆਂਦਾ ਗਿਆ। ਉਹਨਾਂ ਦੇ ਨਾਲ ਦੂਜਾ ਮੁਲਜ਼ਮ ਜਿਸ ਦਾ ਨਾਮ ਇਕਬਾਲ ਸਿੰਘ है, वह भी दीप सिद्धू के नाल नजर आया। उन्होंने तो हर एक गतिविधि पूछी गई है कि आखिरकार लाल किले ते उस दिन वापरिया की सी, कि कुछ सवाल जवाब ने जो दीप सिद्धू होना तो होए ने, उस दे बारे चर्चा करांगे। ते नाल ही किसान जथेबंदियां दी प्रेस कॉन्फ्रेंस हुई है ते वड्डियां गल्लां किसान आगूआं ने कीतियां ने, उस ते भी चर्चा प्रोग्राम दे विच रहेगी। उधर किसानां दे खातियां दे विच 18,000 रुपए आउण दीयां तैयारियां ने, किस तरह आउणगे ते कदों तक आ सकते हैं, इस ते भी चर्चा प्रोग्राम दे विच रहेगी। ते अगे वधदे रहांगे। जम्मू कश्मीर दा पुनर्गठन बिल पास हो चुक्या है। राहुल गांधी दे वल्लों वड्डी ट्रैक्टर रैली नूं संबोधन कीता गया है। कैप्टन अमरिंदर सिंह ने सियासी तौर ते उत्ते आम आदमी पार्टी नूं घेरिया है। ते उधर अज दीयां नगर निगम चोणां जो पंजाब दे कई हिस्सिਆਂ ਦੇ ਵਿੱਚ ਹੋਣੀਆਂ, ਉਸ ਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਮੈਂ ਦੀਪ ਸਿੱਧੂ ਵੱਲ ਜਾਣ ਤੋਂ ਪਹਿਲਾਂ ਗੱਲ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਦੀ ਕਰਾਂਗਾ ਕਿ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਕੀ ਕੁਝ ਖਾਸ ਰਿਹਾ ਹੈ। ਚਰਚਾ ਕੁਝ ਬਿਆਨਾਂ ਨੂੰ ਲੈ ਕੇ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੇਖਣ ਨੂੰ ਮਿਲੀ ਹੈ। ਦੇਖੋ, ਪ੍ਰੈਸ ਕਾਨਫਰੰਸ ਜਿਹੜੀ ਕਿਸਾਨਾਂ ਦੀ ਹੋਈ ਹੈ, ਇਹ ਗਾਜ਼ੀਪੁਰ ਬਾਰਡਰ ਦੇ ਉੱਤੇ ਹੋਈ ਹੈ ਔਰ ਸਮੁੱਚੀਆਂ ਕਿਸਾਨ ਜਥੇਬੰਦੀਆਂ ਉੱਥੇ ਮੌਜੂਦ ਸੀ। ਔਰ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮੀਟਿੰਗਾਂ ਵੀ ਹੋਈਆਂ ਨੇ ਕਈ, ਗਗਨ। ਉੱਥੇ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਕਿਸਾਨ ਅੰਦੋਲਨ ਦੀ ਰਣਨੀਤੀ ਤੇ ਵਿਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਅਪੀਲ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਨੂੰ ਕਿ ਅਸੀਂ ਇੱਕ ਟੈਲੀਫੋਨ ਕਾਲ ਦੂਰ ਹਾਂ, ਸਾਡੇ ਨਾਲ ਮੀਟਿੰਗ ਕਰੋ। ਸਾਡਾ ਜਿਹੜਾ ਪ੍ਰਸਤਾਵ ਹੈ ਉਹ ਹਜੇ ਵੀ ਕਾਇਮ ਹੈ। ਸਰਕਾਰ ਨੇ 1.5 ਸਾਲ ਲਈ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਦਿੱਤਾ ਹੈ। 1.5 ਸਾਲ ਮਤਲਬ 18 ਮਹੀਨੇ ਮੁਅੱਤਲ ਕਰਨ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨ ਪਹਿਲਾਂ ਰੱਦ ਕਰ ਚੁੱਕੇ ਨੇ 26 ਜਨਵਰੀ ਤੋਂ ਪਹਿਲਾਂ, ਜਦੋਂ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪਰ ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਕਿਹਾ ਔਰ ਪਾਰਲੀਮੈਂਟ 'ਚ ਵੀ ਪ੍ਰਧਾਨ ਮੰਤਰੀ ਨੇ 2 ਵਾਰ ਕਿਹਾ, ਇੱਕ ਵਾਰ ਰਾਜ ਸਭਾ 'ਚ, ਇੱਕ ਵਾਰ ਪਾਰਲੀਮੈਂਟ 'ਚ। ਸੋ 3 ਵਾਰ ਨਰਿੰਦਰ ਮੋਦੀ ਖੁਦ ਸੱਦਾ ਲਾ ਚੁੱਕੇ ਨੇ ਕਿ ਇਸ ਪ੍ਰਸਤਾਵ ਦੇ ਤਹਿਤ ਤੁਸੀਂ ਗੱਲਬਾਤ ਕਰੋ, ਅਸੀਂ ਤਿਆਰ ਹਾਂ। ਇਹ ਇੱਕ ਪੱਖ ਹੈ। ਹੁਣ ਕਿਸਾਨਾਂ ਨੇ ਫਿਰ ਨਕਾਰਿਆ। ਪਾਰਲੀਮੈਂਟ 'ਚ ਜੋ ਕੁਝ ਨਰਿੰਦਰ ਮੋਦੀ ਨੇ ਕਿਹਾ, ਰਾਜ ਸਭਾ 'ਚ ਜੋ ਕੁਝ ਨਰਿੰਦਰ ਮੋਦੀ ਨੇ ਕਿਹਾ, ਪ੍ਰਧਾਨ ਮੰਤਰੀ ਨੇ ਕਿਹਾ। ਕਿਸਾਨਾਂ ਨੇ ਕੱਲ੍ਹ ਵੀ ਜਿਹੜੀ ਮੀਟਿੰਗ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨਾਂ ਦੇ ਰੱਦ ਕਰਨ ਤੋਂ ਇਲਾਵਾ ਕਿਸੇ ਮੱਦ ਦੇ ਉੱਤੇ ਗੱਲ ਨਹੀਂ ਕਰਨੀ। ਸੋ ਕੁੱਲ ਮਿਲਾ ਕੇ ਮੈਂ ਇਹ ਕਹਿ ਸਕਦਾ, ਗਗਨ, ਕਿ ਰੇੜਕਾ ਬਣਿਆ ਹੋਇਆ ਹੈ। ਕਿਸਾਨਾਂ ਨੇ ਮੁੜ ਤੋਂ ਇਹ ਗੱਲ ਨੂੰ ਰੱਦ ਕੀਤਾ ਕਿ ਅਸੀਂ ਮੀਟਿੰਗ ਕਰਾਂਗੇ। ਉਹ ਕਹਿੰਦੇ ਅਸੀਂ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲ ਨਹੀਂ ਕਰਨੀ। ਰੇੜਕਾ ਉਸੇ ਤਰ੍ਹਾਂ ਬਰਕਰਾਰ ਹੈ। ਔਰ ਸਿੰਘੂ ਬਾਰਡਰ ਔਰ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਲਗਾਤਾਰ ਆਪਣੇ ਅੰਦੋਲਨ ਨੂੰ ਤਕੜਾ ਕਰਨ ਦੀਆਂ ਯੋਜਨਾਵਾਂ ਉਲੀਕ ਰਹੇ ਨੇ। ਔਰ ਕੱਲ੍ਹ ਲੀਗਲ ਵਿੰਗ ਦੀ ਵੀ ਪਹਿਲਾਂ ਬੈਠਕ ਹੋਈ ਹੈ, ਫਿਰ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਹੋਈ ਹੈ। ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਲੋਕ 26 ਜਨਵਰੀ ਵਾਲੇ ਦਿਨ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਵੱਖ-ਵੱਖ ਕੇਸ ਦਰਜ ਕਰਕੇ, ਉਹਨਾਂ ਦੀਆਂ ਜ਼ਮਾਨਤਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਔਰ ਕਾਨੂੰਨੀ ਵਿੰਗ, ਲੀਗਲ ਵਿੰਗ ਉਹਨਾਂ ਦੀ ਮਦਦ ਕਰ ਰਿਹਾ, ਉਹਨਾਂ ਦੀ ਜ਼ਮਾਨਤਾਂ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਹ ਵੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ। ਔਰ ਨਰਿੰਦਰ ਮੋਦੀ ਉਹਨਾਂ ਵੱਲੋਂ ਪਾਰਲੀਮੈਂਟ ਦੇ ਵਿੱਚ ਜਿਹੜੇ ਅੰਦੋਲਨ ਜੀਵੀ, ਪਰਜੀਵੀ, ਇਸ ਤਰੀਕੇ ਦੇ ਜਿਹੜੇ ਸ਼ਬਦ ਵਰਤੇ ਗਏ ਨੇ, ਕਿਸਾਨ ਅੰਦੋਲਨ ਦੇ ਮੋਰਚੇ ਨੇ, ਸੰਯੁਕਤ ਮੋਰਚੇ ਨੇ, ਇਹਨਾਂ ਸ਼ਬਦਾਂ ਨੂੰ ਵੀ ਰੱਦ ਕੀਤਾ। ਇੱਕ ਤਰੀਕੇ ਨਾਲ ਮੈਂ ਕਹਾਂ, ਇਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਅਜਿਹਾ ਸਾਨੂੰ ਸਵੀਕਾਰ ਨਹੀਂ ਹੈ। ਸੋ ਇਹ ਪ੍ਰਧਾਨ ਮੰਤਰੀ ਉਹਨਾਂ ਨੇ ਉਸ ਦਿਨ ਵਿਅੰਗ ਕੀਤਾ ਸੀ ਉਹਨਾਂ ਲੋਕਾਂ ਲਈ, ਜਿਹੜੇ ਜਿਵੇਂ ਪ੍ਰਧਾਨ ਮੰਤਰੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹੀ ਉਹਦੀ ਵਿਆਖਿਆ ਕੀਤੀ ਹੈ। ਸੋ ਕੁੱਲ ਮਿਲਾ ਕੇ ਮੈਂ ਅੱਗੇ ਵੀ ਕਹਿ ਰਿਹਾ ਕਿ ਇੱਕ ਵਾਰ ਕਿਸਾਨਾਂ ਨੂੰ ਵੀ ਉਸ ਤਰੀਕੇ ਦਾ ਸੱਦਾ ਦੇਣਾ ਚਾਹੀਦਾ ਜਿਵੇਂ ਪ੍ਰਧਾਨ ਮੰਤਰੀ ਵਾਰ-ਵਾਰ ਦੇ ਰਹੇ ਨੇ। ਗਗਨ, ਮੈਂ ਹਰ ਪ੍ਰੋਗਰਾਮ 'ਚ ਇਹ ਗੱਲ ਕਰਦਾ, ਪ੍ਰਧਾਨ ਮੰਤਰੀ ਕਹਿ ਰਹੇ ਨੇ ਅਸੀਂ ਇੱਕ ਟੈਲੀਫੋਨ ਕਾਲ ਦੂਰ ਹਾਂ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੱਦਾ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਅਸੀਂ ਮੰਤਰੀਆਂ ਨਾਲ ਜਿਹੜੇ ਕਿਸਾਨ ਨੇ ਉਹ ਭਾਵੇਂ ਬਾਅਦ 'ਚ ਗੱਲ ਕਰ ਲੈਣ, ਉਹ ਉਹਨਾਂ ਦਾ ਆਪਣਾ ਵਿਸ਼ਾ ਹੈ, ਪਰ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਜ਼ਰੂਰ ਕਿਸਾਨ ਜਥੇਬੰਦੀਆਂ ਨੂੰ ਮੰਗਣਾ ਚਾਹੀਦਾ ਹੈ। ਔਰ ਅਗਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਣ, ਗਗਨ, ਔਰ ਅਗਰ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋ ਗਈ ਤਾਂ ਪ੍ਰਧਾਨ ਮੰਤਰੀ ਅੱਗੇ ਆਪਣੇ ਦਿਲ ਦਾ ਦਰਦ ਰੱਖਣ, ਸਾਰੇ ਵਿਸ਼ੇ ਰੱਖਣ ਵੀ ਕੀ ਹਕੀਕਤ 'ਚ ਦਿੱਕਤਾਂ ਨੇ। ਔਰ ਅਗਰ ਪ੍ਰਧਾਨ ਮੰਤਰੀ ਇਹਨਾਂ ਦੀ ਗੱਲ ਸਮਝ ਜਾਂਦੇ ਨੇ ਤੇ ਫਿਰ ਹਾਲਾਤ ਨੇ ਜਿਹੜੇ ਬੜੇ ਚੰਗੀ ਦਿਸ਼ਾ ਦੇ ਵਿੱਚ ਜਿਹੜੇ ਨੇ
ਉਹ ਚਲੇ ਜਾਣਗੇ, ਮੇਰਾ ਇਹ ਮੰਨਣਾ ਹੈ। ਪਰ ਹਜੇ ਤੱਕ ਕਿਸਾਨ ਜਥੇਬੰਦੀਆਂ ਨੇ ਗਗਨ ਮੈਨੂੰ ਨਹੀਂ ਲੱਗਦਾ ਕਿ ਕਿਸੇ ਪ੍ਰੈਸ ਕਾਨਫਰੰਸ ਕਿਹਾ ਹੋਵੇ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਤੋਂ ਸਮਾਂ ਮੰਗਿਆ, ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ। ਭਾਵੇਂ ਰਸਮੀ ਮੀਟਿੰਗ ਨਾ ਕਰੋ, ਆਫ ਦਾ ਰਿਕਾਰਡ ਮਿਲ ਕੇ ਆਓ, ਨਿੱਜੀ ਤੌਰ ਤੇ ਬਤੌਰ ਪ੍ਰਧਾਨ ਮੰਤਰੀ ਨੂੰ ਤੁਸੀਂ ਸਮਾਂ ਮੰਗੋ। ਆਨਲਾਈਨ ਵੀ ਅਪਲਾਈ ਹੋ ਜਾਂਦਾ ਪ੍ਰਧਾਨ ਮੰਤਰੀ ਨਾਲ ਮੀਟਿੰਗ ਲਈ, ਸੋ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕੋਈ ਸਮਾਂ ਉਹਦੇ ਲਈ ਮੰਗਿਆ ਜਾਂ ਨਹੀਂ ਮੰਗਿਆ। ਪਰ ਰਕੇਸ਼ ਟਕੈਤ ਵੀ ਦੇਖੋ, ਪੋਲੀਟੀਕਲ ਤੌਰ ਦੇ ਉੱਤੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਪੋਲੀਟੀਕਲ ਤੌਰ ਦੇ ਉੱਤੇ ਵੀ, ਕਿਉਂਕਿ ਗਾਜ਼ੀਪੁਰ ਬਾਰਡਰ ਤੇ ਤਾਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਗਗਨ ਜਾ ਆਏ, ਸੋ ਇਸ ਕਰਕੇ ਪੋਲੀਟੀਕਲ ਬੈਕਅਪ ਹੈ। ਕਿਸਾਨ ਜਥੇਬੰਦੀਆਂ ਨੂੰ ਪੋਲੀਟੀਕਲ ਸਪੋਰਟ ਵੀ ਮਿਲ ਰਹੀ ਹੈ, ਔਰ ਕਾਂਗਰਸ ਤਾਂ ਖੁੱਲ੍ਹ ਕੇ ਨਾਲ ਹੈ। ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਪੰਜਾਬ ਵਾਲੇ ਤਾਂ ਹੈ ਹੀ ਹੈ, ਰਾਜਸਥਾਨ ਦੇ ਕਾਂਗਰਸ ਵਾਲੇ ਵੀ ਨਾਲ ਨੇ। ਔਰ ਰਾਹੁਲ ਗਾਂਧੀ ਨੇ ਵੀ ਦੇਖੋ ਕਿੱਡੀ ਵੱਡੀ ਉੱਥੇ ਰੈਲੀ ਕੀਤੀ ਹੈ, ਟਰੈਕਟਰ ਚਲਾਇਆ ਰਾਹੁਲ ਗਾਂਧੀ ਨੇ, ਉੱਥੇ ਪ੍ਰੋਟੈਸਟ ਹੋਇਆ ਰਾਜਸਥਾਨ ਦੇ ਵਿੱਚ ਵੱਡਾ। ਸੋ ਇਹ ਸਥਿਤੀਆਂ ਨੇ ਜਿਹੜੀਆਂ ਇਸ ਵਕਤ ਕਿਤੇ ਵੀ ਨਤੀਜੇ ਵਾਲੇ ਪਾਸੇ ਨਹੀਂ ਬਣ ਰਹੀਆਂ। ਔਰ ਮਹਾ ਪੰਚਾਇਤਾਂ ਨੂੰ ਲੈ ਕੇ ਵੀ ਰਕੇਸ਼ ਟਕੈਤ ਉਹਨਾਂ ਨੇ ਐਲਾਨ ਕੀਤਾ। ਰਕੇਸ਼ ਟਕੈਤ ਉਹਨਾਂ ਦੀ ਵੀ ਇੱਕ ਵਾਰੀ ਗੱਲ ਸੁਣ ਲਈਏ। ਮੈਂ ਕਹਿੰਦਾ ਮੋਟੀਆਂ-ਮੋਟੀਆਂ ਗੱਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ, ਇੱਕ ਵਾਰੀ ਸੁਣ ਲਈਏ, ਫਿਰ ਆਪਾਂ ਗੱਲ ਨੂੰ ਅੱਗੇ ਵਧਾਉਂਦੇ ਹਾਂ। 4-5 दिन के जो प्रोग्राम 23 तारीख तक के बन रहे हैं, कई मीटिंगों के हैं, कई जाम के हैं, वो संपूर्ण रूप से सहमत है और मोर्चे को मजबूती से चलाते रहें। और सरकार को अगर बात करनी है तो सरकार सिंघू बॉर्डर पे ही बात करेगी, जो उनकी लाइन पहले थी उसी लाइन से सरकार बात करे। हमारे इशू ये है कि 3 बिल वापसी हो, MSP पे कानून बने, स्वामीनाथन कमेटी की रिपोर्ट लागू हो, आगे कमेटी बन जाएगी, सरकार और किसान बैठ कर बातचीत करता रहेगा, ये मामले पहले से खत्म कर दो और फिर कमेटी बन जाएगी, बात करते रहेगी। और ये जो पैदल मार्च जो है, पैदल मार्च की आपने ये बात तो कही है, चलेंगे ना, दिल्ली की तरफ भी लोग बढ़ेंगे। तो आप अभी नहीं, जब हम कहेंगे, ये आज नहीं, अभी नहीं, अभी जब कॉल देंगे करेंगे। हमारे उत्तराखंड के नवरीत सिंह 26 जनवरी को शहीद भी हुए, उसके साथ एक और साथी भी शहीद हुए। 125 के करीब किसान लीडर जेल में हैं और कोई 27 के करीब किसान जो हैं अभी भी अनट्रेसेबल है, गुम है, वो मिसिंग है। तो इस पूरे आंदोलन में जो हमने अपनी डिमांड 4 ही मुख्य रखी थी, आपको मैं रिपीट नहीं करना चाहता। और इसमें हमने जो आने वाले दिनों के बारे में प्रोग्राम रखा है वो आपसे शेयर करते हुए वैसे शेयर कर लिया होगा। उसमें यह है कि 14 तारीख को हम पूरे देश में उस हमारे 230 के करीब किसान जो शहीद हुए हैं और जो पुलवामा में सरकार की गलतियों के कारण जो शहीद हुए जवान हैं, किसान और जवान को श्रद्धांजलि देने के लिए पूरे देश में, गांव और शहरों में 14 तारीख को मशाल जुलूस और कैंडल मार्च जो है वो किए जाएंगे 7 बजे से लेकर 8 बजे तक। ਸੋ ਤੁਸੀਂ ਗੱਲ ਸੁਣੀ, ਦੇਖੋ ਰਕੇਸ਼ ਟਕੈਤ ਉਹਨਾਂ ਦੀ ਗੱਲ ਸੁਣੀ, ਕਿਸਾਨ ਆਗੂਆਂ ਦੀ ਗੱਲ ਸੁਣੀ, ਰਾਹੁਲ ਗਾਂਧੀ ਦੀ ਗੱਲ ਵੀ ਤੁਹਾਨੂੰ ਅੱਗੇ ਚੱਲ ਕੇ ਸੁਣਾਵਾਂਗੇ। ਦੇਖੋ ਮਹਾ ਪੰਚਾਇਤਾਂ ਦੇ ਵਾਲੇ ਪਾਸੇ ਜ਼ੋਰ ਦਿੱਤਾ ਜਾ ਰਿਹਾ ਹੁਣ ਸਾਰੇ ਕਿਸਾਨ ਸੰਗਠਨਾਂ ਵੱਲੋਂ। ਜਗਨ ਇਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਮਹਾ ਪੰਚਾਇਤਾਂ ਕਰੀਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਸੀਂ ਸਮਝਾ ਸਕੀਏ ਕਿ ਇਹਨਾਂ ਕਾਨੂੰਨਾਂ ਦੀਆਂ ਕੀ ਖਾਮੀਆਂ ਨੇ। ਔਰ ਪ੍ਰੈਸ ਕਾਨਫਰੰਸ ਵੀ ਇਹਨਾਂ ਲੀਡਰਾਂ ਨੇ ਕਿਹਾ, ਕਹਿੰਦੇ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਹੈ, ਜਦ ਕਿ ਅਸੀਂ ਜਦੋਂ ਮੀਟਿੰਗਾਂ ਹੋਈਆਂ ਨੇ ਮੰਤਰੀਆਂ ਨਾਲ, ਅਫਸਰਾਂ ਨਾਲ, ਅਸੀਂ ਸਾਰੀਆਂ ਖਾਮੀਆਂ ਕਹਿੰਦੇ ਅਸੀਂ ਦੱਸੀਆਂ ਨੇ, ਤਾਂ ਹੀ ਤਾਂ ਸੋਧ ਕਰਨ ਲਈ ਤਿਆਰ ਹੋਏ ਨੇ ਨਾ ਮੰਤਰੀ। ਦੇਖਿਆ ਜਾਵੇ ਤਾਂ ਕਿਸਾਨਾਂ ਦੀ ਗੱਲ ਦੇ ਵਿੱਚ, ਇਸ ਗੱਲ ਦੇ ਵਿੱਚ ਇੱਕ ਵਜ਼ਨ ਹੈ ਕਿ ਤਾਂ ਹੀ ਤਾਂ ਜਿਹੜੇ ਕੇਂਦਰੀ ਮੰਤਰੀ ਸੀ ਨਰਿੰਦਰ ਤੋਮਰ ਤੇ ਉਹਨਾਂ ਦੇ ਸਾਥੀ, ਉਹ ਸੋਧਾਂ ਕਰਨ ਲਈ ਤਿਆਰ ਹੋਏ ਸੀ ਨਾ, ਵੀ ਅਸੀਂ ਇਹ ਸੋਧਾਂ ਕਰਨ ਨੂੰ ਤਿਆਰ ਹਾਂ, ਤੁਸੀਂ ਆਓ। ਇਹਦਾ ਮਤਲਬ ਹੈ ਕਿਸਾਨਾਂ ਨੇ ਬਹੁਤ ਸਾਰੀਆਂ ਗੱਲਾਂ ਤਾਂ ਮੰਤਰੀਆਂ ਨੂੰ ਦੱਸੀਆਂ ਨੇ, ਪਰ ਕਿਉਂਕਿ ਸਰਕਾਰ ਨੂੰ ਇਹ ਲੱਗਦਾ ਹੈ ਵੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹੈ ਔਰ ਕਿਸਾਨਾਂ ਨੂੰ ਇਹ ਲੱਗਦਾ ਵੀ ਕਾਨੂੰਨ ਸਾਡੇ ਹਿੱਤ 'ਚ ਨਹੀਂ। ਸੋ ਦੋਹਾਂ ਧਿਰਾਂ ਨੇ ਜਿਹੜੀਆਂ ਗਗਨ ਕਿਤੇ ਵੀ ਉਹ ਝੁਕਣ ਨੂੰ, ਨਿਮਨ ਨੂੰ ਤਿਆਰ ਨਹੀਂ ਹੈ। ਹਾਲਾਂਕਿ ਸਰਕਾਰ ਨੂੰ ਜਾਗਰਤੀ ਆਈ ਹੈ, ਸਰਕਾਰ ਨੇ ਕਿਹਾ ਅਸੀਂ 18 ਮਹੀਨਿਆਂ ਲਈ ਕਾਨੂੰਨ ਸਸਪੈਂਡ ਕਰ ਦਿੰਦੇ ਹਾਂ, ਕਿਉਂਕਿ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਰਜੀ ਤੌਰ ਤੇ ਕਾਨੂੰਨ ਸਸਪੈਂਡ ਕੀਤੇ ਨੇ। ਪਰ ਕਿਸਾਨ ਨੇ ਜਿਹੜੇ ਉਹ ਹਾਲੇ ਵੀ ਉਸੇ ਗੱਲ ਤੇ ਨੇ ਕਿ ਅਸੀਂ ਮਹਾ ਪੰਚਾਇਤਾਂ ਕਰਾਂਗੇ, ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਾਂਗੇ। ਰਕੇਸ਼ ਟਕੈਤ ਉਹਨਾਂ ਨੇ ਤਾਂ ਸਮਾਂ 1 ਸਾਲ ਦਾ ਵੀ ਦਿੱਤਾ, ਪਹਿਲਾਂ ਉਹ 2 ਅਕਤੂਬਰ ਕਹਿ ਰਹੇ ਸੀ, ਕੱਲ ਉਹਨਾਂ ਨੇ, ਪਰਸੋਂ ਉਹਨਾਂ ਨੇ ਕਿਹਾ ਵੀ ਭਾਵੇਂ 10 ਦਿਨਾਂ 'ਚ ਮੀਟਿੰਗ ਹੋ ਜਾਏ ਤੇ ਭਾਵੇਂ 1 ਸਾਲ ਬਾਅਦ ਹੋ ਜਾਏ, ਅਸੀਂ ਤਿਆਰ ਹਾਂ। ਸੋ ਇਸ ਕਰਕੇ ਹੁਣ ਕਿਸਾਨ ਨੇ ਜਿਹੜੇ ਉਹ ਆਪਣਾ ਅੰਦੋਲਨ ਤੇਜ਼ ਕਰਨ ਦੀ ਦਿਸ਼ਾ 'ਚ ਨੇ। ਮਹਾ ਪੰਚਾਇਤਾਂ ਹੁਣ ਰਾਜਸਥਾਨ 'ਚ ਹੋਣੀਆਂ ਨੇ, ਮਹਾਰਾਸ਼ਟਰ 'ਚ ਹੋਣੀਆਂ ਨੇ। ਰਕੇਸ਼ ਟਕੈਤ ਵੀ ਉਚੇਚੇ ਤੌਰ ਤੇ ਇਹਨਾਂ ਮਹਾ ਪੰਚਾਇਤਾਂ ਦਾ ਹਿੱਸਾ ਹੋਣਗੇ। ਪੰਜਾਬ ਵਾਲੀ ਮਹਾ ਪੰਚਾਇਤ ਬੜੀ ਪ੍ਰਭਾਵੀ ਰਹੀ ਹੈ ਔਰ ਇਹਨਾਂ ਮਹਾ ਪੰਚਾਇਤਾਂ ਦੇ ਨਾਲ ਇੱਕ ਤਰੀਕੇ ਨਾਲ ਕਿਸਾਨ ਅੰਦੋਲਨ ਨਵੇਂ ਸਿਰੇ ਤੋਂ ਸੰਗਠਿਤ ਹੋਣ ਦੀ ਕੋਸ਼ਿਸ਼ ਕਰ ਰਿਹਾ। ਜੀ
ਬਿਲਕੁਲ। ਸੋ ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਉੱਥੇ ਵੱਖੋ ਵੱਖਰੇ ਜਿਹੜੇ ਜਿਸ ਪੜਾਅ ਵਾਰ ਕਿਸਾਨ ਜਥੇਬੰਦੀਆਂ ਨੇ ਦੁਬਾਰਾ ਐਲਾਨ ਕੀਤੇ ਨੇ, ਉਸੇ ਪੜਾਅ ਦੇ ਤਹਿਤ ਕਿਸਾਨ ਜਥੇਬੰਦੀਆਂ ਦੇ ਆਪਣੇ ਐਲਾਨਾਂ ਦੇ ਤਹਿਤ ਅੱਗੇ ਚੱਲਣਗੀਆਂ। ਸੋ ਉਧਰ ਦੂਜੇ ਪਾਸੇ ਦੀਪ ਸਿੱਧੂ ਤੇ ਇਕਬਾਲ ਸਿੰਘ, ਇਹਨਾਂ ਦੋਹਾਂ ਨੂੰ ਦਿੱਲੀ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਜਿਹੜੇ ਅਧਿਕਾਰੀ ਨੇ ਉਹ ਲਾਲ ਕਿਲੇ ਦੇ ਉੱਤੇ ਲੈ ਕੇ ਆਏ ਨੇ। ਕਿਹਾ ਜਾ ਰਿਹਾ ਹੈ ਕਿ ਸੀਨ ਰੀਕ੍ਰੀਏਟ ਕਰਵਾਇਆ ਗਿਆ ਕਿ ਆਖਰਕਾਰ ਉਸ ਦਿਨ ਕਿਸ ਤਰ੍ਹਾਂ ਕੀ ਕੁਝ ਵਾਪਰਿਆ ਹੈ, ਕਿਵੇਂ ਇੰਨੇ ਵੱਡੇ ਪੱਧਰ ਦੇ ਉੱਤੇ ਲੋਕ ਲਾਲ ਕਿਲੇ ਦੇ ਅੰਦਰ ਪਹੁੰਚੇ ਨੇ। ਸੋ ਇਹਨਾਂ ਸਾਰੀਆਂ ਘਟਨਾਵਾਂ ਨੂੰ ਦੁਬਾਰਾ ਉੱਥੇ ਰੀਕ੍ਰੀਏਟ ਕਰਕੇ ਵੇਖਿਆ ਗਿਆ। ਸਵਾਲ ਜਵਾਬ ਹੋਏ ਨੇ ਦੀਪ ਸਿੱਧੂ ਹੋਣਾ ਤੋਂ ਕਾਫੀ ਵੱਡੇ ਪੱਧਰ ਦੇ ਉੱਤੇ। ਡੱਲਾ ਸਾਹਿਬ, ਸਵਾਲ ਜਵਾਬ ਕੀ ਹੋ ਸਕਦੇ ਨੇ ਜਿਹੜੇ ਇਸ ਦਰਮਿਆਨ ਹੋਏ ਨੇ? ਦੇਖੋ, ਪਹਿਲਾਂ ਤਾਂ ਉਹਨਾਂ ਨੂੰ ਲਾਲ ਕਿਲਾ ਲੈ ਕੇ ਗਏ, ਦੀਪ ਸਿੱਧੂ ਨੂੰ ਲੈ ਕੇ ਗਏ, ਇਕਬਾਲ ਸਿੰਘ ਉਹਨਾਂ ਨੂੰ ਲੈ ਕੇ ਗਏ। 15-20 ਸਵਾਲ ਨੇ ਜਿਹੜੇ ਉਹ ਗਗਨ ਪੁੱਛੇ ਗਏ ਨੇ। ਪਤਾ ਇਹ ਲੱਗਿਆ ਕਿ ਕ੍ਰਾਈਮ ਬ੍ਰਾਂਚ ਦੇ ਅਫਸਰਾਂ ਨੇ 15-20 ਸਵਾਲ ਜਿਹੜੇ ਨੇ ਉਹ ਇਹਨਾਂ ਤੋਂ ਪੁੱਛੇ ਨੇ। ਦੇਖੋ, ਆਪਾਂ 9 ਫਰਵਰੀ 10 ਫਰਵਰੀ ਦੇ ਪ੍ਰੋਗਰਾਮ 'ਚ ਵੀ ਇਹ ਗੱਲ ਕੀਤੀ ਸੀ ਕਿ ਪੁਲਿਸ ਕਹਿ ਰਹੀ ਹੈ ਕਿ ਸਾਡੇ ਕੋਲੇ ਇਲੈਕਟ੍ਰੋਨਿਕ ਐਵੀਡੈਂਸਸ ਨੇ, ਸਾਡੇ ਕੋਲੇ ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਨੇ, ਸਾਡੇ ਕੋਲੇ ਅਖਬਾਰਾਂ ਦੀਆਂ ਕਟਿੰਗਸ ਨੇ, ਸਾਡੇ ਕੋਲੇ ਵੱਖ-ਵੱਖ ਚੈਨਲਾਂ ਦੀਆਂ ਖਬਰਾਂ ਦੀਆਂ ਕਟਿੰਗਸ ਨੇ, ਸਾਡੇ ਕੋਲੇ ਸਿੰਘੂ ਬਾਰਡਰ ਦੀ ਫੁਟੇਜ ਹੈ। ਔਰ ਪੁਲਿਸ ਕਹਿ ਰਹੀ ਹੈ ਕਿ ਸਾਡੇ ਕੋਲੇ ਬਹੁਤ ਤਰ੍ਹਾਂ ਦੇ ਵੀਡੀਓ ਔਰ ਇਲੈਕਟ੍ਰੋਨਿਕ ਐਵੀਡੈਂਸਸ ਨੇ। ਦੂਸਰਾ, ਪੁਲਿਸ ਨੇ ਨਿਸ਼ਚਿਤ ਤੌਰ ਤੇ ਲੋਕੇਸ਼ਨ ਲਈ ਹੋਣੀ ਹੈ ਔਰ ਜਿਹੜਾ ਦੀਪ ਸਿੱਧੂ ਦੇ ਮੋਬਾਈਲ ਦਾ ਡਾਟਾ ਲਿਆ ਹੋਣਾ। ਪਤਾ ਲੱਗਿਆ ਕਿ 2 ਮੋਬਾਈਲ ਵਰਤਦਾ ਸੀ ਦੀਪ ਸਿੱਧੂ, ਔਰ ਦੀਪ ਸਿੱਧੂ ਦੇ ਮੋਬਾਈਲ ਦੀਆਂ ਲੋਕੇਸ਼ਨਾਂ ਪੁਲਿਸ ਕੋਲੇ ਹੋਣੀਆਂ ਨੇ। ਲਾਲ ਕਿਲੇ ਤੇ ਹੁਣ ਦੀਪ ਸਿੱਧੂ ਨੂੰ ਪੁਲਿਸ ਲੈ ਕੇ ਗਈ ਹੈ ਨਾਲ ਇਕਬਾਲ ਸਿੰਘ ਨੂੰ, ਤਾਂ ਕਿ ਇੱਕ ਹੋਰ ਗਹਿਰਾਈ ਨਾਲ ਦਿੱਲੀ ਪੁਲਿਸ ਚੀਜ਼ਾਂ ਨੂੰ ਸਮਝ ਸਕੇ ਕਿ ਦੀਪ ਸਿੱਧੂ ਕਿਸ ਰੂਟ ਤੋਂ ਆਇਆ ਹੋਣਾ, ਕਿਵੇਂ ਆਇਆ ਹੋਣਾ। ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਦੀਪ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਸੁਭਾਵਿਕ ਤੌਰ ਤੇ ਅਸੀਂ ਉੱਥੇ ਗਏ ਸੀ ਔਰ ਸਾਡਾ ਕੋਈ ਮਕਸਦ ਨਹੀਂ ਸੀ, ਕੋਈ ਇਰਾਦਾ ਨਹੀਂ ਸੀ ਜੋ ਕੁਝ ਉੱਥੇ ਵਾਪਰਿਆ। ਮਤਲਬ ਇਹ ਸਮਝਿਆ ਜਾਵੇ ਕਿ ਪੁਲਿਸ ਨੂੰ ਦੀਪ ਸਿੱਧੂ ਨੇ ਇਹ ਕਿਹਾ ਹੈ, ਅਨਅਫੀਸ਼ੀਅਲ ਸੋਰਸਸ ਤੇ ਕਈ ਟੈਲੀਵਿਜ਼ਨ ਚੈਨਲਾਂ ਤੇ ਵੈਬਸਾਈਟਾਂ ਤੇ ਇਹ ਖਬਰਾਂ ਆ ਰਹੀਆਂ ਨੇ ਕਿ ਦੀਪ ਸਿੱਧੂ ਨੇ ਇਹ ਕਿਹਾ ਹੈ ਕਿ ਅਸੀਂ ਤਾਂ ਸੁਭਾਵਿਕ ਤੌਰ ਤੇ ਆ ਗਏ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਪਾਸੇ ਨੂੰ ਆ ਰਹੇ ਸੀ, ਟ੍ਰੈਫਿਕ ਮੁੜ ਗਿਆ ਇੱਧਰ ਨੂੰ, ਅਸੀਂ ਵੀ ਆ ਗਏ ਔਰ ਸਾਡਾ ਕੋਈ ਮਨਸ਼ਾ ਮਾੜੀ ਨਹੀਂ ਸੀ, ਕੋਈ ਸਾਡੀ ਹਿੰਸਾ ਦੀ ਮਨਸ਼ਾ ਨਹੀਂ ਸੀ, ਕੋਈ ਸਾਡਾ ਇਰਾਦਾ ਨਹੀਂ ਸੀ। ਇਹ ਦੀਪ ਸਿੱਧੂ ਉਹਨਾਂ ਦਾ ਪੱਖ ਹੈ ਜਿਹੜਾ ਉਹਨਾਂ ਨੇ ਪੁਲਿਸ ਨੂੰ ਦੱਸਿਆ। ਬਾਕੀ ਦੀਪ ਸਿੱਧੂ ਉਹਨਾਂ ਦੇ ਜਿਹੜੇ ਵਕੀਲ ਨੇ, ਜਦੋਂ ਪੇਸ਼ੀ ਹੋਏਗੀ ਮੇਰੇ ਖਿਆਲ 15 ਜਾਂ 16 ਫਰਵਰੀ ਨੂੰ ਪੇਸ਼ੀ ਹੈ ਦੀਪ ਸਿੱਧੂ ਦੀ, ਹੋ ਸਕਦੀ ਹੈ 15-16 ਫਰਵਰੀ ਨੂੰ, ਕਿਉਂਕਿ 7 ਦਿਨਾਂ ਦਾ ਪੁਲਿਸ ਰਿਮਾਂਡ ਸੀ। 9 ਤਰੀਕ ਨੂੰ ਸਿੱਧੂ ਪੇਸ਼ ਹੋਇਆ ਸੀ ਦੀਪ ਸਿੱਧੂ। ਸੋ 9 ਦੇ ਵਿੱਚ ਆਪਾਂ 7 ਜੋੜੀਏ ਤਾਂ 16 ਤਰੀਕ ਹੋ ਜਾਂਦੀ ਹੈ। ਹੋ ਸਕਦਾ 16 ਫਰਵਰੀ ਨੂੰ ਪੇਸ਼ੀ ਹੋਵੇ। ਉਸ ਦਿਨ ਅਦਾਲਤ ਦੇ ਵਿੱਚ ਜਿਹੜਾ ਹੋਏਗੀ, ਪੁਲਿਸ ਦੀਪ ਸਿੱਧੂ ਉਹਨਾਂ ਦਾ ਰਿਮਾਂਡ ਮੰਗਦੀ ਹੈ ਜਾਂ ਨਹੀਂ ਮੰਗਦੀ। ਮੈਨੂੰ ਲੱਗਦਾ ਰਿਮਾਂਡ ਹੋਰ ਮੰਗਣਗੇ ਕਿਉਂਕਿ ਉਹ ਤਾਂ ਪਹਿਲਾਂ ਹੀ 10 ਦਿਨ ਦਾ ਰਿਮਾਂਡ ਮੰਗ ਰਹੇ ਸੀ। ਫਿਰ ਪੁਲਿਸ ਉਸ ਦਿਨ ਦੱਸੇਗੀ ਵੀ ਕੀ ਦੀਪ ਸਿੱਧੂ ਤੋਂ ਕੀ ਬਰਾਮਦ ਹੋਇਆ, ਪੁੱਛਗਿੱਛ ਚੋਂ ਕੀ ਨਿਕਲਿਆ, ਕਿਹੜੇ ਸਵਾਲ ਨੇ ਦੀਪ ਸਿੱਧੂ ਤੋਂ ਪੁੱਛੇ ਗਏ, ਦੀਪ ਸਿੱਧੂ ਨੇ ਉਹਨਾਂ ਸਵਾਲਾਂ ਦਾ ਕੀ ਉੱਤਰ ਦਿੱਤਾ। ਇਹ ਅਦਾਲਤ 'ਚ ਜਦੋਂ ਬਹਿਸ ਹੋਏਗੀ ਰਿਮਾਂਡ ਦੀ, ਕਿਉਂਕਿ ਡਿਫੈਂਸ ਦੇ ਵਕੀਲ ਕਹਿਣਗੇ ਕਿ ਦੀਪ ਸਿੱਧੂ ਨੂੰ ਤੁਸੀਂ ਜੁਡੀਸ਼ੀਅਲ ਰਿਮਾਂਡ ਤੇ ਭੇਜੋ, ਜੇਲ੍ਹ 'ਚ ਭੇਜੋ ਤਾਂ ਕਿ ਉਸ ਤੋਂ ਬਾਅਦ ਜ਼ਮਾਨਤ ਦੀ ਪ੍ਰਕਿਰਿਆ ਸ਼ੁਰੂ ਹੋਵੇ। ਹਜੇ ਤੱਕ ਦੀਪ ਸਿੱਧੂ ਤੇ ਔਰ ਇਕਬਾਲ ਸਿੰਘ ਤੇ ਦੇਸ਼ ਦਰੋਹ ਦੀਆਂ ਧਾਰਾ ਨਹੀਂ ਲਾਈਆਂ ਪੁਲਿਸ ਨੇ ਔਰ ਨਾ ਹੀ ਯੂਆਪਾ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਗਿਆ। ਹਜੇ ਤੱਕ ਸਰਕਾਰੀ ਮੁਲਾਜ਼ਮਾਂ ਦੇ ਰਾਹ 'ਚ ਰੋੜਾ ਬਣਨਾ, ਭੀੜ ਨੂੰ ਉਕਸਾਉਣਾ, ਹਿੰਸਕ ਗਤੀਵਿਧੀਆਂ ਦਾ ਹਿੱਸਾ ਬਣਨਾ ਔਰ ਧਾਰਾ 307 ਵੀ ਹਾਲਾਂਕਿ ਦਾਖਲ ਹੈ। ਇਹ ਸਾਰੀਆਂ ਧਾਰਾਵਾਂ ਨੇ ਹਜੇ ਕੁਝ ਇੰਡੀਅਨ ਪੈਨਲ ਕੋਡ ਦੀਆਂ, IPC ਦੀਆਂ, ਜਿਨ੍ਹਾਂ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਲਾਲ ਕਿਲੇ ਵੀ ਲੈ ਕੇ ਗਏ ਤਾਂ ਕਿ ਸੀਨ ਰੀਕ੍ਰੀਏਟ ਕੀਤਾ ਜਾ ਸਕੇ, ਪੁਲਿਸ ਸਮਝ ਸਕੇ ਕਿ ਕਿਵੇਂ ਲੋਕ ਆਏ ਹੋਣਗੇ, ਕਿਵੇਂ ਭੀੜ ਇੱਥੇ ਇਕੱਠੀ ਹੋਈ ਹੋਣੀ, ਕਿ ਕਿਸੇ ਨੇ ਭੀੜ ਨੂੰ ਬੁਲਾਇਆ, ਕਿ ਭੀੜ ਦੇ ਪਿੱਛੇ ਕੋਈ ਹੋਰ ਸੀ, ਕਿ ਦੀਪ ਸਿੱਧੂ ਹੋਣੀ ਸਿਰਫ ਮੋਹਰੇ ਨੇ, ਇਹਨਾਂ ਦੇ ਪਿੱਛੇ ਕੋਈ ਹੋਰ ਸਾਜ਼ਿਸ਼ਾਂ ਤਾਕਤਾਂ ਬੈਠੀਆਂ ਨੇ, ਜਾਂ ਦੀਪ ਸਿੱਧੂ ਹੋਣੇ ਬਿਲਕੁਲ ਭੋਲੇ ਭਾਲੇ ਨੌਜਵਾਨ ਨੇ, ਭਾਵੇਂ ਭਾਸ਼ਣ ਤੱਤੇ ਦੇ ਦਿੰਦੇ ਨੇ ਕਿਉਂਕਿ ਕਲਾਕਾਰ ਨੇ, ਜਜ਼ਬਾਤੀ ਨੇ। ਇਹ ਸਾਰੇ ਪਹਿਲੂ ਹੋ ਸਕਦੇ ਨੇ, ਪਰ ਇਹ ਅਦਾਲਤ ਦੇ ਰੁਖ ਤੇ ਨਿਰਭਰ ਕਰਦਾ ਹੈ। ਅਦਾਲਤ ਹੁਣ ਜਿੱਦਣ ਪੇਸ਼ੀ ਹੁੰਦੀ ਹੈ ਦੀਪ ਸਿੱਧੂ ਦੀ, ਉਸ ਦਿਨ ਰਿਮਾਂਡ ਦਿੰਦੀ ਹੈ, ਪੁਲਿਸ ਰਿਮਾਂਡ ਦਿੰਦੀ ਹੈ ਜਾਂ ਜੁਡੀਸ਼ੀਅਲ ਰਿਮਾਂਡ ਦਿੰਦੀ ਹੈ। ਔਰ ਵਕੀਲ ਸਿੱਧੂ ਉਹਨਾਂ ਦੇ ਵਕੀਲ ਨੇ ਜਿਹੜੇ, ਉਹ ਵੀ ਆਪਣੀ ਗੱਲ ਰੱਖਣਗੇ। ਉਹ ਵੀ ਬਹਿਸ ਦੇ ਦਰਮਿਆਨ ਦਿੱਲੀ ਪੁਲਿਸ ਦੇ ਜਿਹੜੇ ਸਵਾਲ ਜਵਾਬ ਹੋਣਗੇ ਉਹਨਾਂ ਦੇ ਵਿੱਚ ਆਪਣੀ ਗੱਲ ਰੱਖਣਗੇ। ਔਰ ਹੋ ਸਕਦਾ ਹੈ ਦੀਪ ਸਿੱਧੂ ਦੇ ਵਕੀਲ ਵੀ ਬਾਅਦ ਦੇ ਵਿੱਚ ਮੀਡੀਆ ਦੇ ਨਾਲ ਬਰੀਫਿੰਗ ਕਰਦੇ ਹੋਏ ਕੋਈ ਆਪਣੀ ਗੱਲ ਰੱਖਣ, ਜਿਸ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਟਰਨ ਹੈ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ। ਜੀ ਬਿਲਕੁਲ। ਸੋ ਹੁਣ ਅੱਗੇ ਚੱਲ ਕੇ ਜਦੋਂ ਦੀਪ ਸਿੱਧੂ ਦੀ ਦੁਬਾਰਾ ਪੇਸ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਈ ਖੁਲਾਸੇ ਵੱਡੇ ਹੋ ਸਕਦੇ ਨੇ, ਕਿਉਂਕਿ ਪੇਸ਼ੀ ਦੇ ਦਰਮਿਆਨ ਜਦੋਂ ਵਕੀਲਾਂ ਦੇ ਨਾਲ ਗੱਲਬਾਤ ਹੋਣੀ ਹੈ ਤੇ ਵਕੀਲ ਬਾਹਰ ਆ ਕੇ ਵੀ ਗੱਲਬਾਤ ਜ਼ਰੂਰ ਦੱਸਣਗੇ ਕਿ ਆਖਰਕਾਰ ਗੱਲਬਾਤ ਕੀ ਹੋਈ ਹੈ। ਸੋ ਉਧਰ ਦੂਜੇ ਪਾਸੇ ਹੁਣ ਕਿਸਾਨਾਂ ਦੇ ਡੱਲਾ ਸਾਹਿਬ ਕਹਿ ਰਹੇ ਨੇ ਕਿ ਖਾਤਿਆਂ ਦੇ ਵਿੱਚ 18,000 ਰੁਪਏ ਕੇਂਦਰ ਸਰਕਾਰ ਦੇਣ ਦੀ ਤਿਆਰੀ ਦੇ ਵਿੱਚ ਹੈ।
ਕਿੰਨਾਂ ਦੇ ਖਾਤਿਆਂ ਦੇ ਵਿੱਚ ਆਉਣੇ ਤੇ ਕਿਵੇਂ ਆਉਣੇ ਨੇ, ਇਹ ਵੀ ਜ਼ਰੂਰ ਦੱਸੋ। ਦੇਖੋ, ਬੰਗਾਲ 'ਚ ਚੋਣਾਂ ਹੋ ਰਹੀਆਂ ਨੇ। ਜੀ। ਬੰਗਾਲ ਦੇ ਵਿੱਚ ਇਸ ਵਕਤ ਸਿਆਸੀ ਮੁੱਦਾ ਤਾਂ ਕਿਸਾਨ ਹੈਗੇ ਨੇ, ਔਰ ਪੱਛਮੀ ਬੰਗਾਲ ਦੀ ਸਰਕਾਰ ਹੈ ਜਿਹੜੀ, ਉਹਦਾ ਕੋਈ ਸਿਆਸੀ ਜਿਹੜਾ ਤਾਲੁਕਾਤ ਚੰਗੇ ਨਹੀਂ ਹੈ ਸਾਡੀ ਭਾਰਤ ਦੀ ਸਰਕਾਰ ਦੇ ਨਾਲ। ਔਰ ਸਾਨੂੰ ਇਹ ਵੀ ਪਤਾ ਕਿ ਪ੍ਰਧਾਨ ਮੰਤਰੀ ਦੀ ਯੋਜਨਾ ਹੁੰਦੀ ਹੈ, ਇੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਹੈ, ਜਿਹਦੇ ਵਿੱਚ ਪੂਰੇ ਮੁਲਕ ਦੇ ਕਿਸਾਨਾਂ ਨੂੰ 6-6 ਹਜ਼ਾਰ ਰੁਪਏ ਦਿੱਤੇ ਜਾਂਦੇ ਨੇ। ਹਰ 4 ਮਹੀਨਿਆਂ ਦੇ ਵਿੱਚ 2000 ਰੁਪਏ ਜਿਹੜੇ ਨੇ ਉਹ ਕਿਸਾਨਾਂ ਦੇ ਖਾਤੇ 'ਚ ਆਉਂਦੇ ਨੇ। ਔਰ ਉਹਦੇ ਨਾਲ ਕੀ ਹੈ ਕਿ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਮਿਲਦੇ ਨੇ। ਸੋ 2 ਸਾਲ ਇਸ ਸਕੀਮ ਨੂੰ ਹੋ ਚੁੱਕੇ ਨੇ। ਹੁਣ ਪੱਛਮੀ ਬੰਗਾਲ 'ਚ ਸੰਬੋਧਨ ਦੇ ਸਮੇਂ ਪ੍ਰਧਾਨ ਮੰਤਰੀ ਨੇ ਵੀ ਕਿਹਾ, ਅਮਿਤ ਸ਼ਾਹ ਉਹਨਾਂ ਨੇ ਵੀ ਕਿਹਾ ਕਿ ਪੱਛਮੀ ਬੰਗਾਲ ਦੀ ਸਰਕਾਰ ਕਿਸਾਨਾਂ ਦਾ ਪੈਸਾ ਰੋਕ ਰਹੀ ਹੈ। ਜੇ ਬੀਜੇਪੀ ਦੀ ਸਰਕਾਰ, ਇਹਨਾਂ ਨੇ ਪ੍ਰਚਾਰ 'ਚ ਕਿਹਾ, ਸਾਡੀ ਆਉਂਦੀ ਹੈ ਪੱਛਮੀ ਬੰਗਾਲ 'ਚ, ਤਾਂ ਅਸੀਂ ਇਸ ਸਾਲ ਦਾ 6000 ਵੀ ਦੇਵਾਂਗੇ ਔਰ ਕਿਸਾਨਾਂ ਨੂੰ ਪਿਛਲੇ 2 ਸਾਲਾਂ ਦਾ ਬਕਾਇਆ ਵੀ ਦੇਵਾਂਗੇ। ਜਿਹੜੇ ਕਿਸਾਨ ਸਾਡੇ ਨਾਲ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਹੋ ਜੂਗੀ, ਜਿਨ੍ਹਾਂ ਨੂੰ ਪਹਿਲਾਂ ਪੈਸਾ ਨਹੀਂ ਮਿਲ ਸਕਿਆ, ਕਿਉਂਕਿ ਮਮਤਾ ਬਨਰਜੀ ਦੀ ਸਰਕਾਰ ਹੈ ਜਿਹੜੀ, ਉਹ ਕਿਸਾਨਾਂ ਦੀ ਵੈਰੀਫਿਕੇਸ਼ਨ ਕਰਕੇ ਨਹੀਂ ਦੇ ਰਹੀ। ਕਿਸਾਨਾਂ ਨੇ ਅਪਲਾਈ ਕੀਤਾ ਹੋਇਆ, ਬਹੁਤ ਵੱਡੀ ਗਿਣਤੀ 'ਚ ਕਿਸਾਨ ਨੇ ਉੱਥੇ, ਲਗਭਗ 69 ਲੱਖ ਕਿਸਾਨ ਨੇ ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ। 1.70 ਲੱਖ ਕਿਸਾਨ, 69 ਲੱਖ ਕਿਸਾਨ ਬਹੁਤ ਹੁੰਦੇ ਨੇ ਗਗਨ। ਪੱਛਮੀ ਬੰਗਾਲ ਦੇ 69 ਲੱਖ ਕਿਸਾਨਾਂ ਨੂੰ ਬੀਜੇਪੀ ਦੀ ਸਰਕਾਰ ਨੇ ਕਿਹਾ ਵੀ ਜੇ ਸਾਡੀ ਸਰਕਾਰ ਪੱਛਮੀ ਬੰਗਾਲ 'ਚ ਆ ਗਈ ਤੇ ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ 'ਚ ਤੁਹਾਨੂੰ ਇਸ ਸਾਲ ਦਾ 6000 ਤਾਂ ਦੇਵਾਂਗੇ, ਪਿਛਲੇ 2 ਸਾਲਾਂ ਦੇ 6-6 ਹਜ਼ਾਰ ਵੀ ਤੁਹਾਨੂੰ ਅਸੀਂ ਪਾਵਾਂਗੇ। ਸੋ ਕੁੱਲ 18,000 ਰੁਪਇਆ ਪੱਛਮੀ ਬੰਗਾਲ ਦੇ ਕਿਸਾਨਾਂ ਦੇ ਖਾਤੇ 'ਚ ਜਾਣ ਦੀ ਗੱਲ ਕਹੀ ਹੈ। ਦੇਖੋ, ਇਹ ਡੈਮੋਕ੍ਰੇਸੀ ਹੈ, ਲੋਕਤੰਤਰ 'ਚ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਔਰ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਬੀਜੇਪੀ ਨੂੰ ਸਿਆਸੀ ਫਾਇਦਾ ਵੀ ਮਿਲੂਗਾ। ਜਦੋਂ ਪੱਛਮੀ ਬੰਗਾਲ ਦੇ ਕਿਸਾਨ ਨੂੰ ਪਤਾ ਹੈ ਕਿ ਜੇ ਬੀਜੇਪੀ ਦੀ ਸਰਕਾਰ ਬਣਦੀ ਹੈ, ਮੈਨੂੰ 12,000 ਪਿਛਲਾ ਮਿਲ ਜਾਣਾ ਹੈ, 6000 ਮੈਨੂੰ ਇਸ ਸਾਲ ਦਾ ਮਿਲ ਜਾਣਾ ਹੈ, 6-6 ਹਜ਼ਾਰ ਮੈਨੂੰ ਅਗਲੇ ਸਾਲਾਂ ਦਾ ਮਿਲ ਜੂਗਾ। ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਜ਼ਰੂਰ, ਜਿਨ੍ਹਾਂ ਨੂੰ ਪੈਸੇ ਦੀ ਲੋੜ ਹੋਣੀ, ਜਿਹੜੇ ਆਰਥਿਕ ਤੰਗੀ 'ਚ ਹੋਣੇ, ਜਿਨ੍ਹਾਂ ਨੂੰ ਜਿਹੜੇ ਮੰਗ ਕੇ ਗੁਜ਼ਾਰਾ ਕਰ ਰਹੇ ਹੋਣੇ ਨੇ, ਜਿਹੜੇ ਆਤਮ ਹੱਤਿਆ ਕਰਨ ਬਾਰੇ ਦੀ ਕਗਾਰ ਤੇ ਸੋਚ ਰਹੇ ਹੋਣੇ ਨੇ, ਹਾਲਾਂਕਿ ਨਹੀਂ ਹੋਣੀ ਚਾਹੀਦੀ ਸੁਸਾਈਡ, ਕਿਸੇ ਦਾ ਵੀ ਜਿਹੜਾ ਸੁਸਾਈਡ ਹੈ ਉਹ ਸਾਡੇ ਮੁਲਕ ਤੇ ਕਲੰਕੀ ਹੈ, ਉਹ ਨਹੀਂ ਹੋਣਾ ਚਾਹੀਦਾ, ਭਾਵੇਂ ਕਿਸਾਨ ਪੰਜਾਬ ਦਾ, ਭਾਵੇਂ ਬਿਹਾਰ ਦਾ, ਭਾਵੇਂ ਪੱਛਮੀ ਬੰਗਾਲ ਦਾ। ਪਰ ਫਿਰ ਵੀ ਵੋਟਾਂ 'ਚ ਬੀਜੇਪੀ ਨੂੰ ਫਾਇਦਾ ਇਸ ਗੱਲ ਦਾ ਪੱਛਮੀ ਬੰਗਾਲ 'ਚ ਮਿਲੇਗਾ, ਮੈਨੂੰ ਲੱਗਦਾ ਹੈ ਗਗਨ, ਕਿਉਂਕਿ ਕੋਈ ਵੀ ਮਜਬੂਰ ਕਿਸਾਨ ਹੈ ਜਿਹੜਾ, ਉਹਦੇ ਲਈ ਪੈਸਾ ਬੜਾ ਜ਼ਰੂਰੀ ਹੈ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਕਿਸੇ ਪੱਛਮੀ ਬੰਗਾਲ ਦੇ ਕਿਸਾਨ ਨੇ, ਚਾਹੇ ਪੰਜਾਬ ਦੇ ਕਿਸਾਨ ਨੇ, ਕਿਉਂਕਿ ਵੋਟਾਂ ਪੰਜਾਬ ਦੇ ਵਿੱਚ ਵੀ ਨੇ ਤੇ 2022 ਦੇ ਵਿੱਚ ਹੋ ਸਕਦਾ ਕਿ ਅਜਿਹੀਆਂ ਚੋਣਾਂ ਨੂੰ ਲੈ ਕੇ ਵੀ ਪੰਜਾਬ ਦੇ ਕਿਸਾਨਾਂ ਲਈ ਵੀ ਕੋਈ ਵੱਡੀਆਂ ਸਕੀਮਾਂ ਸਰਕਾਰਾਂ ਦੇ ਵੱਲੋਂ ਜਾਂ ਵਿਰੋਧੀ ਧਿਰਾਂ ਦੇ ਵੱਲੋਂ ਪੇਸ਼ ਕੀਤੀਆਂ ਜਾਣ। ਤੇ ਨਾਲ ਹੀ ਡੱਲਾ ਸਾਹਿਬ, ਗੱਲ ਪੁਨਰ ਗਠਨ, ਜੋ ਜੰਮੂ ਕਸ਼ਮੀਰ ਦਾ ਪੁਨਰ ਗਠਨ ਬਿੱਲ ਸੀ ਉਹ ਪਾਸ ਹੋ ਗਿਆ ਹੈ, ਉਸ ਦੇ ਉੱਤੇ ਵੀ ਚਰਚਾ ਜ਼ਰੂਰ ਕਰਾਂਗੇ। ਦੇਖੋ, ਪਾਰਲੀਮੈਂਟ ਦੇ ਵਿੱਚ ਜੰਮੂ ਕਸ਼ਮੀਰ ਪੁਨਰ ਗਠਨ ਸੰਸ਼ੋਧਨ 2021 ਪਾਸ ਹੋਇਆ। ਸਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਹੁਣ ਪੂਰਨ ਸੂਬਾ ਨਹੀਂ ਹੈ, ਉੱਥੇ 2 ਯੂਟੀ ਬਣ ਗਏ ਨੇ, ਇੱਕ ਕਸ਼ਮੀਰ ਯੂਟੀ ਬਣ ਗਿਆ ਔਰ ਇੱਕ ਜੰਮੂ ਯੂਟੀ ਬਣ ਗਿਆ। ਸਾਨੂੰ ਪਤਾ ਹੈ ਉਧਰ ਲਦਾਖ ਜਿਹੜਾ ਹੈਗਾ ਉਹ ਵੀ ਯੂਟੀ ਹੈ। ਸੋ ਹੁਣ ਪੂਰਨ ਸੂਬਾ ਤਾਂ ਜੰਮੂ ਕਸ਼ਮੀਰ ਨਹੀਂ ਹੈ। ਤੇ ਜਦੋਂ ਇਹ ਸੰਸ਼ੋਧਨ ਵਿਧੇਇਕ ਪਾਸ ਕੀਤਾ ਗਿਆ, ਦੇਖੋ, ਕਿਉਂਕਿ ਉਹ ਸੂਬਾ ਨਹੀਂ ਹੈ, ਹੁਣ ਯੂਟੀਆਂ ਨਿਕਲ ਗਈਆਂ। ਜਦੋਂ ਯੂਟੀਆਂ ਨਿਕਲ ਜਾਂਦੀਆਂ ਨੇ ਤੇ ਫਿਰ ਕੋਈ ਨਾ ਕੋਈ ਸੰਸ਼ੋਧਨ ਕੀਤੇ ਜਾਂਦੇ ਨੇ, ਜਿਹਦੇ ਤਹਿਤ ਜਿਹੜਾ ਯੂਟੀ ਦਾ ਪ੍ਰਬੰਧ ਹੈ ਉਹ ਗ੍ਰਹਿ ਮੰਤਰਾਲੇ ਕੋਲੇ ਚਲਾ ਜਾਂਦਾ। ਜਿਵੇਂ ਚੰਡੀਗੜ੍ਹ ਹੈ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ, ਯੂਟੀ। ਚੰਡੀਗੜ੍ਹ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀ ਹੈ। ਤਾਂ ਹੀ ਤਾਂ ਦੇਖੋ ਨਾ, ਚੰਡੀਗੜ੍ਹ ਦੀ ਪੁਲਿਸ 'ਚ ਜਦੋਂ ਬੀਬੀ ਕਿਰਨ ਬੇਦੀ ਸੀ, ਉਹਨੇ ਵੱਡੇ ਵੱਡੇ ਅਫਸਰਾਂ ਦਾ ਚਲਾਨ ਕੱਟਤਾ ਸੀ ਚੰਡੀਗੜ੍ਹ 'ਚ। ਹੁਣ ਵੀ ਜਿਹੜੇ ਚੰਡੀਗੜ੍ਹ ਵਾਲੇ ਅਫਸਰ ਨੇ ਪੁਲਿਸ ਦੇ ਵੱਡੇ ਵੱਡੇ, ਉਹ ਪੰਜਾਬ ਦੇ ਲੀਡਰਾਂ ਦਾ ਵੀ ਚਲਾਨ ਕੱਟ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਤੇ ਹਰਿਆਣੇ ਦੇ ਲੀਡਰਾਂ ਦੀ ਸਾਡੇ ਚੰਡੀਗੜ੍ਹ 'ਚ ਨਹੀਂ ਚੱਲਣੀ, ਕਿਉਂਕਿ ਸਾਡੀ ਜ਼ਿੰਮੇਵਾਰੀ ਤਾਂ ਗ੍ਰਹਿ ਮੰਤਰਾਲੇ ਨਾਲ ਹੈ। ਜਿਵੇਂ ਦਿੱਲੀ 'ਚ ਪੁਲਿਸ ਕੇਜਰੀਵਾਲ ਦੇ ਦਾਇਰੇ 'ਚ ਨਹੀਂ, ਕਿਉਂਕਿ ਉਹ ਯੂਟੀ ਹੈ, ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਇਸੇ ਤਰ੍ਹਾਂ ਚੰਡੀਗੜ੍ਹ 'ਚ ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੇ ਪੁਲਿਸ ਪ੍ਰਬੰਧ ਨੇ, ਐਡਮਿਨਿਸਟ੍ਰੇਟਿਵ ਪ੍ਰਬੰਧ ਨੇ, ਉਹ ਹੋਮ ਮਿਨਿਸਟਰੀ ਕੋਲੇ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਸ਼ਾਸਨਿਕ ਕੰਮ ਨੇ ਜਿਹੜੇ ਸਿੱਧੇ ਕੇਂਦਰ ਸਰਕਾਰ ਦੇ ਅਧਿਕਾਰ 'ਚ ਚਲੇ ਜਾਂਦੇ ਨੇ। ਇਸ ਕਰਕੇ ਜੰਮੂ ਕਸ਼ਮੀਰ ਜਿਹੜਾ ਹੈਗਾ ਸੰਸ਼ੋਧਨ ਵਿਧੇਇਕ ਹੈ, ਜਿਹੜਾ ਸੰਸ਼ੋਧਨ ਪੁਨਰਗਠਨ ਜੰਮੂ ਕਸ਼ਮੀਰ ਪੁਨਰਗਠਨ ਐਕਟ ਸੰਸ਼ੋਧਨ 2021, ਇਹ ਸਰਬਸੰਮਤੀ ਦੇ ਨਾਲ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਵਿਰੋਧ ਬਹੁਤ ਕੀਤਾ। ਕਈ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਇਹਦਾ ਮਤਲਬ ਹੈ ਕਿ ਤੁਸੀਂ ਜੰਮੂ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਨਹੀਂ ਦਿਓਗੇ, ਜਦਕਿ ਸੰਘੀ ਢਾਂਚੇ 'ਚ ਆਪਣੇ ਵਕਾਲਤ ਇਹ ਹੁੰਦੀ ਹੈ ਗਗਨ ਕਿ ਜਿਹੜੇ ਸੂਬੇ ਨੇ ਉਹਨਾਂ ਨੂੰ ਪੂਰਨ ਅਧਿਕਾਰ ਦਿੱਤੇ ਜਾਣ। ਦਿੱਲੀ ਦੀ ਵੀ ਮੰਗ ਹੈ ਵੀ ਸਾਨੂੰ ਪੂਰਨ ਸੂਬੇ ਦਾ ਦਰਜਾ ਦਿਓ।
ਪੰਜਾਬ ਵਾਲਿਆਂ ਦੀ ਵੀ ਮੰਗ ਹੈ ਵੀ ਸਾਡਾ ਚੰਡੀਗੜ੍ਹ ਸਾਨੂੰ ਮੋੜੋ, ਬਿਲਕੁਲ ਹਰਿਆਣੇ ਵਾਲਿਆਂ ਨੂੰ ਕੋਈ ਹੋਰ ਰਾਜਧਾਨੀ ਦਿਓ, ਗੁੜਗਾਉਂ ਰਾਜਧਾਨੀ ਬਣਾ ਲੈਣ, ਉਹ ਭਾਵੇਂ ਅੰਬਾਲਾ ਬਣਾ ਲੈਣ, ਉਹ ਵੀ ਵੱਡੇ ਸ਼ਹਿਰ ਨੇ। ਹੁਣ ਜਦੋਂ ਇਹ ਪੁਨਰਗਠਨ ਐਕਟ ਲੱਗ ਗਿਆ ਤੇ ਇਹ ਵਿਰੋਧ ਹੋਇਆ ਪਾਰਲੀਮੈਂਟ ਦੇ ਵਿੱਚ, ਵਿਰੋਧੀ ਧਿਰਾਂ ਵੱਲੋਂ, ਪੱਛਮੀ ਬੰਗਾਲ ਵੱਲੋਂ ਵੀ ਹੋਇਆ, ਦੂਸਰੇ ਸੂਬਿਆਂ ਵੱਲੋਂ ਵੀ ਹੋਇਆ, ਜੰਮੂ ਕਸ਼ਮੀਰ ਦੇ ਲੀਡਰਾਂ ਨੇ ਵੀ ਵਿਰੋਧ ਕੀਤਾ। ਫਾਰੂਕ ਅਬਦੁੱਲਾ ਪਰਸੋਂ ਕਾਫੀ ਜ਼ਿਆਦਾ ਬੋਲੇ ਪਾਰਲੀਮੈਂਟ ਦੇ ਵਿੱਚ, ਪਰ ਅਮਿਤ ਸ਼ਾਹ ਉਹਨਾਂ ਨੇ ਕਿਹਾ ਕਿ ਇਸ ਸੰਸ਼ੋਧਨ 'ਚ ਕਿਤੇ ਨਹੀਂ ਲਿਖਿਆ ਕਿ ਜੰਮੂ ਕਸ਼ਮੀਰ ਪੂਰਨ ਸੂਬਾ ਨਹੀਂ ਬਣ ਸਕਦਾ। ਉਹ ਕਹਿੰਦੇ ਜਦੋਂ ਸਹੀ ਵਕਤ ਆਊਗਾ, ਭਾਵ ਕਿ ਜਦੋਂ ਅਮਨੋ ਅਮਾਨ ਹੋ ਜਾਊਗੀ, ਸਾਰੀਆਂ ਸਥਿਤੀਆਂ ਨਾਰਮਲ ਹੋ ਜਾਣਗੀਆਂ, ਅਸੀਂ ਜੰਮੂ ਕਸ਼ਮੀਰ ਨੂੰ ਪੂਰਨ ਸੂਬਾ ਬਣਾ ਦਾਂਗੇ। ਸੋ ਇਹ ਗੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਹੀ ਹੈ। ਬਾਕੀ ਹੁਣ ਰੱਬ ਜਾਣਦਾ ਕਿ ਜੰਮੂ ਕਸ਼ਮੀਰ ਪੂਰਨ ਸੂਬਾ ਕਦੋਂ ਬਣੇਗਾ, ਕਦੋਂ ਨਹੀਂ ਬਣੇਗਾ। ਬਿਲਕੁਲ। ਸੋ ਵੱਖੋ ਵੱਖਰੇ ਸਮਿਆਂ ਦੇ ਉੱਤੇ ਹਰ ਇੱਕ ਸੂਬੇ ਦਾ ਪੁਨਰਗਠਨ, ਜਿਸ ਤਰ੍ਹਾਂ ਜਦੋਂ ਕੋਈ ਸੂਬਾ ਵੱਖਰਾ ਹੁੰਦਾ ਹੈ, ਕਿਸੇ ਤੋਂ ਯੂਟੀ ਨਿਕਲਦੀ ਹੈ, ਤਾਂ ਪੁਨਰਗਠਨ ਦੀਆਂ ਮੰਗਾਂ ਜ਼ਰੂਰ ਉੱਠਦੀਆਂ ਨੇ ਤੇ ਇੱਕ ਖਾਸ ਤੌਰ ਦੇ ਉੱਤੇ ਸੂਬਾ ਮੰਗਿਆ ਜਾਂਦਾ ਹੈ। ਸੋ ਵੇਖਦੇ ਹਾਂ ਕਿ ਆਖਿਰਕਾਰ ਜੰਮੂ ਕਸ਼ਮੀਰ ਨੂੰ ਇਹ ਅਧਿਕਾਰ ਕਦੋਂ ਮਿਲਦੇ ਨੇ। ਤੇ ਨਾਲ ਹੀ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਮੁੜਾਂਗੇ, ਕਿਉਂਕਿ ਪੰਜਾਬ ਦੇ ਵਿੱਚ ਅੱਜ ਨਗਰ ਨਿਗਮ ਦੀਆਂ ਚੋਣਾਂ ਨੇ ਕਈ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ। ਪੰਜਾਬ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਰਾਜਸਥਾਨ ਦਾ ਗੇੜਾ ਵੀ ਕੱਢ ਲਓ। ਜੀ ਬਿਲਕੁਲ, ਰਾਜਸਥਾਨ ਵੱਲ ਜਾਈਏ ਤਾਂ ਰਾਹੁਲ ਗਾਂਧੀ ਹੁਣਾਂ ਨੇ ਉੱਥੇ ਟਰੈਕਟਰ ਰੈਲੀ ਨੂੰ ਸੰਬੋਧਨ ਕੀਤਾ ਹੈ। ਟਰੈਕਟਰ ਰੈਲੀ ਬਹੁਤ ਵੱਡੇ ਪੱਧਰ ਦੇ ਉੱਤੇ, ਉਹਦੇ ਵਿੱਚ ਕਿਸਾਨ ਵੀ ਸੀ, ਕਾਂਗਰਸੀ ਆਗੂ ਵੀ ਸੀ, ਜਿਨ੍ਹਾਂ ਦੇ ਵੱਲੋਂ ਵੱਡੀ ਟਰੈਕਟਰ ਰੈਲੀ ਕੱਢੀ ਗਈ ਹੈ। ਟੱਲਾ ਜੀ, ਉਸ ਟਰੈਕਟਰ ਰੈਲੀ ਦੇ ਵਿੱਚ ਰਾਹੁਲ ਗਾਂਧੀ ਦਾ ਪਹੁੰਚਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜਾ ਕਰਦੇ ਨੇ। ਦੇਖੋ, ਪੰਜਾਬ 'ਚ ਵੀ ਰਾਹੁਲ ਗਾਂਧੀ ਆਏ ਸੀ ਜੀ, ਔਰ ਉੱਥੇ ਤਾਂ ਟਰੈਕਟਰ ਵੀ ਚਲਾਇਆ। ਇੱਥੇ ਤਾਂ ਕੈਪਟਨ ਅਮਰਿੰਦਰ ਦੇ ਨਾਲ ਬੈਠੇ ਸੀ, ਸੁਨੀਲ ਜਾਖੜ ਟਰੈਕਟਰ ਚਲਾ ਰਹੇ ਸੀ, ਸੁਨੀਲ ਜਾਖੜ ਚਲਾ ਰਹੇ ਸੀ ਜੀ, ਨਾਲ ਇੱਕ ਪਾਸੇ ਕੈਪਟਨ ਬੈਠਾ ਸੀ, ਇੱਕ ਪਾਸੇ ਰਾਹੁਲ ਗਾਂਧੀ ਬੈਠੇ ਸੀ। ਹੁਣ ਰਾਹੁਲ ਗਾਂਧੀ ਨੇ ਉੱਥੇ ਵੀ ਟਰੈਕਟਰ ਚਲਾਇਆ। ਸਾਰੀ ਕਾਂਗਰਸ ਦੇ ਲੀਡਰ ਉੱਥੇ ਪੂਰੀ ਤਾਕਤ ਨਾਲ ਇਸ ਰੈਲੀ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਜਿਹੜੀ ਕਿਸਾਨ ਰੈਲੀ ਸੀ, ਇਹ ਕਾਂਗਰਸ ਪਾਰਟੀ ਦੀ ਸੀ, ਇਹ ਕਿਸਾਨਾਂ ਦੀ ਨਹੀਂ ਸੀ। ਕਾਂਗਰਸ ਪਾਰਟੀ 'ਚ ਵੀ ਕਿਸਾਨ ਹੈਗੇ ਨੇ, ਮਤਲਬ ਇਹ ਸੰਯੁਕਤ ਮੋਰਚੇ ਦੀ ਨਹੀਂ ਸੀ। ਇਹ ਇਸ ਕਰਕੇ ਇਹ ਸ਼ੁੱਧ ਕਾਂਗਰਸ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਤੇ ਨਾ ਕਿਤੇ ਅਸੀਂ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਚ ਆਪਣਾ ਯੋਗਦਾਨ ਪਾਈਏ। ਹਾਲਾਂਕਿ ਰਾਹੁਲ ਗਾਂਧੀ ਸੰਬੋਧਨ ਪੂਰੇ ਕਿਸਾਨਾਂ ਨੂੰ ਹੀ ਕਰ ਰਹੇ ਸੀ। ਰਾਹੁਲ ਗਾਂਧੀ ਨੇ ਤਾਂ ਮੰਚ ਤੋਂ ਕਹਿਤਾ ਵੀ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਕੁਛ ਨਾ ਕਰਨ। ਇਹ ਕਿਉਂਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਨੇ, ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੁਝ ਬੋਲਿਆ। ਨਰਿੰਦਰ ਮੋਦੀ ਨੇ ਆਪਣੀ ਗੱਲ ਰੱਖੀ ਪਾਰਲੀਮੈਂਟ 'ਚ, ਪ੍ਰਿੰਕਾ ਗਾਂਧੀ ਨੇ ਮਹਾਪੰਚਾਇਤ 'ਚ ਆਪਣੀ ਗੱਲ ਰੱਖੀ ਉੱਤਰ ਪ੍ਰਦੇਸ਼ ਜਾ ਕੇ, राहुल गांधी राजस्थान आके उन्होंने अपनी गल रखी। एक बार राहुल गांधी की गल सुना भी दो। नरेंद्र मोदी जी कहते हैं मैं किसानों से बात करना चाहता हूं। किस बात की बात, किस चीज के बारे में बात करना चाहते हैं? आप कानून वापस लीजिए और देश का हर एक किसान आपसे बात करेगा। आप किसान के घर में डाका डाल रहे हो, आप उससे चोरी करने की कोशिश कर रहे हो, आप जो उसका है उससे छीन कर हम दो हमारे दो को देने की कोशिश कर रहे हो, और फिर आप कहते हो किसानों से मैं बात करने को तैयार हूं। कोई किसान आपसे बात नहीं करेगा जब तक आपने ये कानून वापस नहीं लिया। हिंदुस्तान का एक किसान आपसे नहीं बात करेगा। सो तुसी राहुल गांधी की गल भी सुनी। राहुल गांधी निश्चित तौर के उत्ते इस वक्त किसानों नाल जुड़न की भी कोशिश कर रहे हैं और किसानों दी मंगां नूं भी चल रहे हैं, चक रहे हैं। देखो सारियां धिरां कोशिश कर रही हैं। गगन, आम आदमी पार्टी ने कोशिश की भी असीं किसानों के अंदोलन च वड़ जाइए, नहीं वड़ सके। कांग्रेस कोशिश कर रही है असीं किसानों के अंदोलन च वड़ जाइए, नहीं वड़ सकी, क्योंकि किसान संगठित है। किसान कहता ठीक है तुसीं बाहर रह के साडा समर्थन करना करो, पर असीं अपने किसान अंदोलन नूं किसी पोलीटिकल पार्टी कोले हाईजैक नहीं होंदे। सो ये किसानों दी कोशिशां ने, पर राजस्थान च सरकार है कांग्रेस दी, इस करके राजस्थान दे विच भी जिहड़ी कांग्रेस है वो किसानों दे नाल होण दा जिहड़ा दावा है वो कर रही है। सो उधर सचिन पायलट होना ने भी राजस्थान दे विच महापंचायत कीती है, लगातार महापंचायतां राजस्थान दे विच, पंजाब दे विच भी, ते हुण ਵੱਖੋ ਵੱਖਰੇ पूरे देश के सूबਿਆਂ ਦੇ ਵਿੱਚ किसान ਜਥੇਬੰਦੀਆਂ ਦੇ ਵੱਲੋਂ किसान मोर्चे ਦੇ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਸੋ ਕਿਤੇ ਨਾ ਕਿਤੇ ਮਹਾਪੰਚਾਇਤਾਂ ਵੀ ਕਿਸਾਨ ਸੰਘਰਸ਼ ਨੂੰ ਅੱਗੇ ਵਧਾਉਣ ਦੇ ਵਿੱਚ ਵੱਡਾ ਯੋਗਦਾਨ 26 ਜਨਵਰੀ ਤੋਂ ਬਾਅਦ ਜ਼ਰੂਰ ਪਾ ਰਹੀਆਂ ਨੇ। ਤੇ ਡੱਲਾ ਜੀ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਆ ਜਾਈਏ ਜੀ। ਜੀ ਬਿਲਕੁਲ। ਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬਿਆਨ ਹੈ ਜੀ, ਉਹ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਨੇ, ਉਸ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ। ਪਹਿਲਾਂ ਨਗਰ ਨਿਗਮ ਚੋਣਾਂ ਦੀ ਗੱਲਬਾਤ ਜ਼ਰੂਰ ਕਰ ਲਈਏ ਜੋ ਅੱਜ ਪੰਜਾਬ ਦੇ ਵਿੱਚ ਨੇ। ਬਿਲਕੁਲ, ਪੰਜਾਬ ਦੇ ਵਿੱਚ ਅੱਜ ਨਗਰ ਨਿਗਮਾਂ ਦੀਆਂ ਚੋਣਾਂ ਨੇ ਔਰ ਬਹੁਤ ਸਖਤ ਸੁਰੱਖਿਆ ਦੇ ਇੰਤਜ਼ਾਮ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਸੁਰੱਖਿਆ ਦੇ ਇੰਤਜ਼ਾਮ ਕਿਹੋ ਜਿਹੇ ਨੇ ਇਹ ਬਾਅਦ ਦੁਪਹਿਰ ਪਤਾ ਲੱਗੇਗਾ, ਕਿਉਂਕਿ ਅਸੀਂ ਤਾਂ ਤੜਕੇ ਜਿਹੜਾ ਇਹ ਪ੍ਰੋਗਰਾਮ ਹੈ ਅਸੀਂ ਲਾਈਵ ਹੀ ਰਿਕਾਰਡ ਕਰਦੇ ਹਾਂ ਇਹ ਜਿਹੜਾ ਪ੍ਰੋਗਰਾਮ ਹੈ। ਔਰ ਪੰਜਾਬ ਦੇ ਵਿੱਚ ਜਿਹੜੇ ਮੈਂ ਅੰਕੜੇ ਕੱਢੇ ਨੇ,
8 ਨਗਰ ਨਿਗਮਾਂ ਨੇ, 109 ਨਗਰ ਪੰਚਾਇਤਾਂ ਨੇ ਤੇ ਨਗਰ ਕੌਂਸਲਾਂ ਨੇ। 8 ਨਗਰ ਨਿਗਮਾਂ ਨੇ ਗਗਨ, 109 ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਨੇ, 15,305 ਉਮੀਦਵਾਰ ਮੈਦਾਨ 'ਚ ਨੇ। ਔਰ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ। ਔਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ VOTING ਦਾ ਸਮਾਂ। ਸੋ ਤੁਸੀਂ ਜਦੋਂ ਵੀ ਇਹ ਪ੍ਰੋਗਰਾਮ ਸੁਣ ਰਹੇ ਹੋ ਉਸ ਵੇਲੇ ਤੱਕ ਪਤਾ ਨਹੀਂ VOTING ਦਾ ਰੁਝਾਨ ਕੀ ਹੋਊਗਾ, ਇਹ ਅਸੀਂ ਸ਼ਾਮ ਨੂੰ ਜ਼ਰੂਰ ਦੱਸਾਂਗੇ। ਔਰ ਅੱਜ ਵੋਟਾਂ ਪੈਣੀਆਂ ਨੇ, 17 ਫਰਵਰੀ ਨੂੰ ਨਤੀਜਾ ਆਉਣਾ ਹੈ। ਸੋ 17 ਫਰਵਰੀ ਨੂੰ ਨਤੀਜਾ ਨੇ ਔਰ EVM ਦੇ ਨਾਲ, ਇਲੈਕਟ੍ਰੋਨਿਕ VOTING ਮਸ਼ੀਨਾਂ ਦੇ ਨਾਲ ਇਹ ਵੋਟਾਂ ਪੈਣੀਆਂ ਨੇ। ਔਰ ਕੁੱਲ 2302 ਵਾਰਡ ਨੇ ਪੂਰੇ ਪੰਜਾਬ ਦੇ ਵਿੱਚ ਇਸ ਵਕਤ। ਔਰ 38 ਕੁ ਲੱਖ ਵੋਟਰ ਨੇ, 38 ਕੁ ਲੱਖ ਤੋਂ ਕੁਝ ਜ਼ਿਆਦਾ ਵੋਟਰ ਨੇ। ਪਰ ਬਹੁਤ ਵੱਡੀ ਗਿਣਤੀ 'ਚ ਸਾਡੇ ਕਿਸਾਨ ਇੱਥੇ ਹੈ ਨਹੀਂ, ਕਿਸਾਨ ਅੰਦੋਲਨਾਂ 'ਚ ਨੇ, ਵੱਖ-ਵੱਖ ਬਾਰਡਰਾਂ 'ਤੇ ਨੇ। ਸੋ ਵੇਖਦੇ ਹਾਂ ਕਿ ਵੋਟ ਪਰਸੈਂਟੇਜ ਕੀ ਪੈਂਦੀ ਹੈ। ਆਸ ਕਰਦੇ ਹਾਂ ਕਿ ਨਿਰਪੱਖ ਚੋਣਾਂ ਹੋਣ, ਇਹਨਾਂ ਚੋਣਾਂ 'ਚ ਕੋਈ ਹਿੰਸਾ ਨਾ ਹੋਵੇ, ਤਾਂ ਕਿ ਜਿਹੜੀਆਂ ਪੰਜਾਬ 'ਚ ਹਿੰਸਾ ਦੀ ਰਵਾਇਤ ਚੋਣਾਂ 'ਚ ਸ਼ੁਰੂ ਹੋਈ ਹੈ ਉਹ ਖਤਮ ਹੋਵੇ। ਜੀ ਬਿਲਕੁਲ। ਸੋਢਲਾ ਸਾਹਿਬ, ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਬਿਆਨ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਆਇਆ, ਉਸ ਤੇ ਜ਼ਰੂਰ ਚਰਚਾ ਜਾਂਦੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਨਿਸ਼ਾਨੇ ਤੇ ਲੈ ਰਹੇ ਨੇ ਆਮ ਆਦਮੀ ਪਾਰਟੀ ਨੂੰ। ਕੈਪਟਨ ਅਮਰਿੰਦਰ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਕਾਫੀ ਜ਼ਿਆਦਾ ਐਕਟਿਵ ਹੈ ਪਿਛਲੇ ਸਮੇਂ ਤੋਂ। ਔਰ ਕੈਪਟਨ ਅਮਰਿੰਦਰ ਨੇ ਨਿਸ਼ਾਨਾ ਇਹ ਲਾਇਆ ਕਿ ਆਮ ਆਦਮੀ ਪਾਰਟੀ ਕੋਲੇ ਇਹਨਾਂ ਨਗਰ ਨਿਗਮਾਂ, ਨਗਰ ਕੌਂਸਲਾਂ ਦੀਆਂ ਚੋਣਾਂ ਲਈ ਵੀ ਕੋਈ ਚਿਹਰਾ ਨਹੀਂ ਸੀ। ਉਹ ਕਹਿੰਦੇ ਆਮ ਆਦਮੀ ਪਾਰਟੀ ਕੋਲੇ ਕੋਈ ਚਿਹਰਾ ਨਹੀਂ, ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦਾ ਸੁਪਨਾ ਪੰਜਾਬ 'ਚ ਕਿੱਥੋਂ ਦੇਖ ਰਹੀ ਹੈ। ਆਮ ਆਦਮੀ ਪਾਰਟੀ ਵਾਲੇ ਕੈਪਟਨ ਅਮਰਿੰਦਰ ਤੇ ਡਾਇਰੈਕਟ ਅਟੈਕ ਕਰਦੇ ਨੇ, ਹਮਲਾਵਰ ਨੇ ਕਾਫੀ ਜ਼ਿਆਦਾ। ਭਾਵੇਂ ਰਾਘਵ ਚੱਡਾ ਹੋਣ, ਭਾਵੇਂ ਮਨੀਸ਼ ਸਿਸੋਦੀਆ ਹੋਣ, ਭਾਵੇਂ ਹਰਪਾਲ ਚੀਮਾ ਹੋਣ, ਭਾਵੇਂ ਅਮਨ ਅਰੋੜਾ ਹੋਣ, ਭਾਵੇਂ ਇਹਨਾਂ ਦੇ ਕੋਈ ਵੀ ਲੀਡਰ ਹੋਣ ਆਮ ਆਦਮੀ ਪਾਰਟੀ ਦੇ। ਸੋ ਇਹ ਸਿੱਧਾ ਅਟੈਕ ਕੈਪਟਨ ਅਮਰਿੰਦਰ ਸਿੰਘ ਤੇ ਕਰਦੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਅਟੈਕ ਆਮ ਆਦਮੀ ਪਾਰਟੀ ਤੇ ਕੀਤਾ। ਉਹ ਕਹਿੰਦੇ ਤੁਹਾਡੇ ਕੋਲੇ ਇੰਨਾ ਸਮਾਂ ਹੋ ਗਿਆ, ਇੱਕ ਚਿਹਰਾ ਹੀ ਹੈ ਨਹੀਂ ਜਿਹਨੂੰ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰ ਸਕੋ। ਤੁਹਾਡੇ ਕੋਲੇ, ਉਹ ਕਹਿੰਦੇ, ਇਹਨਾਂ ਨਗਰ ਨਿਗਮਾਂ ਚੋਣਾਂ ਲਈ ਵੀ ਇੱਕ ਚਿਹਰਾ ਨਹੀਂ ਸੀ ਜਿਹੜਾ ਤੁਹਾਡੀ ਇੱਥੇ ਅਗਵਾਈ ਕਰ ਸਕੇ ਸਾਰਿਆਂ ਦੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡੇ ਕੋਲੇ ਸਾਰੇ ਚਿਹਰੇ ਹੈਗੇ ਨੇ, ਵਕਤ ਆਉਣ ਤੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਵੀ ਬਾਹਰ ਕੱਢਾਂਗੇ। ਪਰ ਇਹ ਤਾਂ ਗੱਲ ਹੈ, ਆਮ ਆਦਮੀ ਪਾਰਟੀ ਨੇ ਗਗਨ ਮੁੱਖ ਮੰਤਰੀ ਦਾ ਚਿਹਰਾ ਨਹੀਂ ਦਿਖਾਇਆ, ਪਤਾ ਨਹੀਂ ਕਿਹੜੀ ਅਲਮਾਰੀ 'ਚ ਰੱਖਿਆ ਹੋਇਆ। ਸੋ ਕੱਢਣਾ ਚਾਹੀਦਾ, ਕਦੋਂ ਕੱਢਣਗੇ? ਸੋ ਮੈਂ ਤਾਂ ਬਾਰ-ਬਾਰ ਕਹਿੰਦਾ ਕਿ ਭਗਵੰਤ ਮਾਨ ਦਾ ਨਾਮ ਐਲਾਨ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਬਤੌਰ ਮੁੱਖ ਮੰਤਰੀ, ਕਿਉਂਕਿ ਭਗਵੰਤ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਕੋਲੇ ਮੁੱਖ ਮੰਤਰੀ ਦਾ ਹਾਲ ਦੀ ਘੜੀ ਕੋਈ ਚਿਹਰਾ ਨਹੀਂ ਹੈ। ਨਵਾਂ ਲਿਆਉਣਗੇ ਕਿੱਥੋਂ? ਬੈਂਕ 'ਚ ਤਾਂ ਮਿਲਣਾ ਨਹੀਂ, ਵੀ ਲੋਨ ਲੈ ਕੇ ਲਿਆਉਣਗੇ, ਹੈ ਜੀ। ਸਾਲ ਰਹਿ ਗਿਆ, ਜੇ ਕੋਈ ਨਵਾਂ ਵਿਅਕਤੀ ਆਊਗਾ ਵੀ ਉਹਨੂੰ ਬਾਕੀਆਂ ਨੇ ਲੀਡਰ ਨਹੀਂ ਮੰਨਣਾ। ਬਿਲਕੁਲ। ਸਿੱਧੂ ਨੇ ਨਹੀਂ ਆਉਣਾ, ਸਿੱਧੂ ਨੇ ਸਪਸ਼ਟ ਕਹਿਤਾ ਮੈਂ ਨਹੀਂ ਜਾਣਾ। ਤੇ ਜੇ ਕੋਈ ਨਵਾਂ ਲੀਡਰ ਲੈ ਵੀ ਆਉਣਗੇ ਤੇ ਪਾਰਟੀ 'ਚ ਫੇਰ ਮਨਮਟਾਵ ਵਾਲੀ ਗੱਲ ਹੋ ਸਕਦੀ ਹੈ। ਜਿਵੇਂ ਪਾਰਟੀ ਵਾਲੇ ਕਹਿੰਦੇ ਵੀ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤੁਸੀਂ ਕੋਈ ਬਾਹਰੋਂ ਵੱਡਾ ਵਿਅਕਤੀ ਲਿਆ ਕੇ ਸਾਡਾ ਪ੍ਰਧਾਨ ਬਣਾ ਦੋਗੇ ਤੇ ਫਿਰ ਮਨਮਟਾਵ ਦੀਆਂ ਗੱਲਾਂ ਨੇ। ਸੋ ਇਹਨਾਂ ਕੋਲ ਇੱਕੋ ਹੀ ਚਿਹਰਾ ਭਗਵੰਤ ਮਾਨ, ਮਿਹਨਤ ਕਰੀ ਜਾਂਦਾ ਭਗਵੰਤ ਮਾਨ, ਉਹਨੂੰ ਅੱਗੇ ਲਾਉਣਾ ਚਾਹੀਦਾ ਇਹਨਾਂ ਨੂੰ। ਇਹ ਵਕਤ, ਇਹ ਸਮਾਂ। ਸੋ ਅਗਰ ਹੁਣ ਵੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਤਾਂ ਅਗਲੀਆਂ 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਉੱਦਾਂ ਦਾ ਫਾਇਦਾ ਨਹੀਂ ਹੋਣਾ ਜਿੱਦਾਂ ਦਾ ਫਾਇਦਾ ਉਹ ਸੋਚ ਰਹੇ ਨੇ, ਮੈਨੂੰ ਇੰਝ ਲੱਗਦਾ ਜੀ। ਬਿਲਕੁਲ। ਸੋ ਇਸ ਵਾਰ ਦੀਆਂ ਚੋਣਾਂ ਨੇ ਜੋ ਹੋ ਸਕਦਾ ਕਿ ਯੰਗ ਚਿਹਰਿਆਂ ਦੇ ਸਮੂਹ ਦੇ ਉੱਤੇ ਲੜੀਆਂ ਜਾਣ, ਕਿਉਂਕਿ ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਹੋ ਸਕਦੇ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਨਹੀਂ, ਕਾਂਗਰਸ ਵੱਲੋਂ ਕੈਪਟਨ ਤੇ ਸਿੱਧੂ ਸਮਝੌਤੇ ਦੇ ਤਹਿਤ ਵੀ ਕੋਈ ਚਿਹਰਾ ਆ ਸਕਦਾ ਜੀ। ਬਿਲਕੁਲ। ਸੋ ਵੱਖੋ ਵੱਖਰੀਆਂ ਚਰਚਾਵਾਂ ਨੇ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਨਿਗਮ ਚੋਣਾਂ ਤੋਂ ਬਾਅਦ ਸਭ ਦੇ ਨਿਸ਼ਾਨੇ ਦੇ ਉੱਤੇ ਹੁਣ 2022 ਦੀ ਕੁਰਸੀ ਹੋਣੀ ਹੈ। ਸੋ ਸਭ ਦੇ ਵੱਲੋਂ ਐਲਾਨ ਵੱਖੋ ਵੱਖਰੇ ਸਮੇਂ ਦੇ ਉੱਤੇ ਹੋ ਜਾਣਗੇ। ਉਮੀਦ ਕਰਾਂਗੇ ਕਿ ਜਲਦ ਹੋਣ ਅਤੇ ਸਾਰੀਆਂ ਪਾਰਟੀਆਂ ਦੀਆਂ ਪ੍ਰਕਿਰਿਆਵਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਤੇਜ਼ ਹੋਣਗੀਆਂ। ਬਿਲਕੁਲ। ਔਰ ਇੱਕ ਵਾਰੀ ਰਿਐਕਸ਼ਨ ਵੀ ਸੁਣਾ ਦਿਓ ਨਗਰ ਨਿਗਮ ਚੋਣਾਂ ਨੂੰ ਲੈ ਕੇ ਖਤਮ ਕਰਨ ਤੋਂ ਪਹਿਲਾਂ। हमने इसके लिए सुरक्षा के पूरे इंतजाम किए हैं, जिसमें कि नाकाबंदी, पेट्रोलिंग पार्टीज़, सब कुछ स्टेट इलेक्शन कमीशन व हमारे जो माननीय ऑब्जर्वर साहब हैं उनकी हदायतों के अनुसार किया गया है। मैं सभी को भरोसा दिलाता हूँ कि हमने जो प्रबंध किए हैं उसके अनुसार जो इलेक्शन है वो बिल्कुल निष्पक्ष तरीके से की जाएगी। तो मैम पुख्ता इंतजाम किस तरह जो ईवीएम मशीन जो जानी है तो ਉਹਦੇ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਹੈ? ਹਰ ਪੋਲਿੰਗ ਪਾਰਟੀ ਦੇ ਨਾਲ ਪੁਲਿਸ ਪਾਰਟੀ ਅਟੈਚ ਕੀਤੀ ਗਈ ਹੈ ਤੇ ਇਹਨਾਂ ਵੱਲੋਂ ਸਾਡੇ ਸਰਕਾਰੀ ਤੌਰ ਤੇ ਅਰੇਂਜ ਕੀਤੀਆਂ ਗਈਆਂ ਬੱਸਸ ਦੇ ਵਿੱਚ ਹੀ ਚੋਣ ਸਾਮਗਰੀ ਨਾਲ ਲੈ ਕੇ ਜਾਈ ਜਾਏਗੀ। ਸੋ ਨਾਲ ਪ੍ਰੋਪਰ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ। ਸੋ ਇਸ ਤਰ੍ਹਾਂ ਦੀ ਕੋਈ ਸਿਕਿਉਰਿਟੀ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ। ਸੋ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਖਾਸ ਖਬਰਾਂ ਸੀ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਸੀ। ਸੋ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਵੱਡੀਆਂ ਅਪਡੇਟ ਲੈ ਕੇ ਆਵਾਂਗੇ। ਉਮੀਦ ਕਰਾਂਗੇ ਕਿ ਅੱਜ ਦੀਆਂ ਨਗਰ ਨਿਗਮ ਚੋਣਾਂ ਸ਼ਾਂਤੀ ਦੇ ਨਾਲ ਪੂਰੀਆਂ ਹੋ ਜਾਣ ਅਤੇ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਘਟਨਾ ਨਾ ਵਾਪਰੇ ਜਿਸ ਦੇ ਨਾਲ ਪੰਜਾਬ ਦੀ ਸ਼ਾਖਾ ਦੇ ਉੱਤੇ ਕੋਈ ਨਾ ਕੋਈ ਅਸਰ ਪਵੇ। ਸੋ ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਆਸ ਲਵਾਂਗੇ। ਬਹੁਤ ਧੰਨਵਾਦ ਜੀ ਸਾਰਿਆਂ ਨੂੰ।